ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਦਿਨ ਦੇ ਵੇਲੇ ਵੀ ਬਹੁਤੀ ਧੁੱਪ ਨਹੀਂ ਨਿਕਲੀ ਤੇ ਰਾਤ ਦੇ ਵੇਲੇ ਬੇਹੱਦ ਠਾਰੀ ਸੀ। ਕੋਹਰਾ ਬੇਹੱਦ ਪਿਆ। ਧੁੰਦ ਦਿਨ ਦੇ ਵੇਲੇ ਵੀ ਪੈ ਰਹੀ ਹੈ, ਰਾਤ ਦੇ ਵੇਲੇ ਵੀ ਪੈ ਰਹੀ ਹੈ, ਜਿਹਦੇ ਕਰਕੇ ਪੰਜਾਬ ਸਮੇਤ ਬਾਕੀ ਨਾਲ ਦੇ ਹੋਰ ਸੂਬਿਆਂ ਦੇ ਵਿੱਚ ਦਿਨ ਦੇ ਵੇਲੇ ਰਾਤ ਦੇ ਵੇਲੇ ਵਿਜ਼ੀਬਿਲਟੀ ਘੱਟ ਹੋਣ ਕਰਕੇ, ਦ੍ਰਿਸ਼ਟਤਾ ਦੀ ਘਾਟ ਹੋਣ ਦੇ ਕਰਕੇ ਸੜਕ ਹਾਦਸੇ ਵਾਪਰ ਰਹੇ ਆ। ਲੋਕਾਂ ਦੀ ਜਾਨ ਵੀ ਜਾ ਰਹੀ ਹੈ, ਲੋਕ ਅਪਾਹਜ ਹੋ ਰਹੇ ਆ, ਜਾਨੀ ਮਾਲੀ ਨੁਕਸਾਨ ਹੋ ਰਿਹਾ। ਜਦੋਂ ਇਹ ਗੱਲ ਕਰਦੇ ਆ ਤਾਂ ਜਿਵੇਂ ਹਰ ਰੋਜ਼ ਮਨ ਦੇ ਵਿੱਚੋਂ ਪੀੜ ਨਿਕਲਦੀ ਆ। ਇਸ ਵਕਤ ਸਿੰਘੂ, ਟਿੱਕਰੀ ਤੇ ਹੋਰ ਬਾਰਡਰਾਂ ਦੇ ਉੱਤੇ ਬੈਠੇ ਆਪਣੇ ਭੈਣਾਂ ਵੀਰਾਂ ਦੇ ਬਾਬਤ ਸੋਚ ਕੇ ਤੇ ਗੱਜ ਭਰ ਆਉਂਦਾ, ਕਿਉਂਕਿ ਲਗਾਤਾਰ ਖਬਰਾਂ ਆ ਰਹੀਆਂ ਕਿ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ ਬਿਮਾਰ ਹੋ ਰਹੇ ਆ। ਕਿਸੇ ਨੂੰ ਠੰਡ ਲੱਗ ਕੇ ਕੋਈ ਸਮੱਸਿਆ ਹੋ ਰਹੀ ਹੈ, ਕਿਸੇ ਨੂੰ ਨਮੂਨੀਆ ਹੋ ਰਿਹਾ, ਕੋਈ ਖੰਘ ਦੇ ਕਰਕੇ ਝੰਬਿਆ ਪਿਆ, ਕਿਸੇ ਨੂੰ ਬੁਖਾਰ ਵੀ ਹੋ ਰਿਹਾ। ਸਾਰੇ ਕਿਸਾਨ, ਸਾਰੀਆਂ ਭੈਣਾਂ, ਸਾਰੇ ਵੀਰ ਤੰਦਰੁਸਤ ਰਹਿਣ, ਹਰ ਕੋਈ ਤੰਦਰੁਸਤ ਰਹੇ। ਵੈਸੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ, ਪਰ ਕੇਂਦਰ ਦੀ ਸਰਕਾਰ ਦੇ ਕੰਨ ਤੇ ਜੂੰ ਹਾਲੇ ਤੱਕ ਵੀ ਨਹੀਂ ਸਰਕੀ। ਲੰਘੇ ਕੱਲ੍ਹ ਯਾਨੀ ਕਿ 28 ਦਿਨ ਹੋ ਗਿਆ ਦਿੱਲੀ ਦੇ ਵਿੱਚ ਬੈਠਿਆ, ਦਿੱਲੀ ਦੀ ਹੱਦ ਦੇ ਉੱਤੇ ਬੈਠਿਆ, ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਸਥਿਰ ਰਹਿਣਾ, ਧੁੰਦ ਪੈਂਦੀ ਰਹਿਣੀ ਆ, ਕੋਹਰਾ ਹੋਰ ਵਧਣਾ, ਦਿਨ ਦੇ ਵੇਲੇ ਮਾੜੀ ਮੋਟੀ ਧੁੱਪ ਨਿਕਲਣ ਦੀ ਸੰਭਾਵਨਾ, ਪਰ ਮੀਂਹ ਕਣੀ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ ਗਈ। ਅਗਲੀ ਜਿਹੜੀ ਵੱਡੀ ਖਬਰ ਹੈ ਉਹ ਹੈਗੀ ਆ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਆਗੂਆਂ ਦੇ ਵੱਲੋਂ ਜਿਸ ਤਰੀਕੇ ਨਾਲ ਧਮਾਕੇਦਾਰ ਜਵਾਬ ਦਿੱਤਾ ਗਿਆ ਉਹਦੇ ਨਾਲ, ਕਿਉਂਕਿ ਕਿਸਾਨ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਵੀ ਕੇਂਦਰ ਦੀ ਸਰਕਾਰ ਬੇਵਕੂਫ ਬਣਾਉਣ ਦਾ ਕੰਮ ਕਰ ਰਹੀ ਹੈ ਤੇ ਅਸੀਂ ਬੇਵਕੂਫ ਬਣੇ ਵੀ ਨਹੀਂ ਤੇ ਬਣਨਾ ਵੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਦੀ ਸਰਕਾਰ ਸਿਰਫ ਤੇ ਸਿਰਫ ਚਿੱਠੀਆਂ ਪਾ ਕੇ, ਸੁਨੇਹੇ ਦੇ ਕੇ ਆ ਜਾਓ ਆਪਾਂ ਮੀਟਿੰਗ ਕਰਦੇ ਹਾਂ, ਹੁਣ ਫਿਰ ਆਪਾਂ ਮੀਟਿੰਗ ਕਰਦੇ ਹਾਂ, ਆਹ ਗੱਲਾਂ ਕਹਿ ਕੇ ਇਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਤਾਂ ਕਿੰਨੀ ਵਾਰ ਬੇਨਤੀ ਕੀਤੀ ਆ ਤਾਂ ਕਿਸਾਨ ਹੀ ਨਹੀਂ ਮੰਨਦੇ। ਪਰ ਕਿਸਾਨ ਮੰਨਣ ਕਿਉਂ? ਉਹਨਾਂ ਨੇ ਕਿਹਾ ਜੀ ਕਿ 5 ਮੀਟਿੰਗਾਂ ਤੁਹਾਡੇ ਨਾਲ ਪਹਿਲਾਂ ਕੀਤੀਆਂ, ਅਸੀਂ 5 ਦੇ ਵਿੱਚ ਗੱਲ ਕਹੀ ਕਿ ਖੇਤੀ ਕਾਨੂੰਨ ਰੱਦ ਕਰੋ, ਤੁਸੀਂ 5 ਦੇ ਵਿੱਚ ਗੱਲ ਕਹੀ ਆਪਾਂ ਸੋਧ ਕਰ ਦਿੰਦੇ ਹਾਂ, ਤੇ 6ਵੀਂ ਦੇ ਵਿੱਚ ਵੀ ਤਾਂ ਤੁਸੀਂ ਇਹੀ ਗੱਲ ਕਹਿਣੀ ਆ। ਤੁਸੀਂ ਪ੍ਰਸਤਾਵ ਦਿਓ ਵੀ ਐਤਕੀ ਗੱਲਾਂ ਕਿਹੜੀਆਂ ਕਰਨੀਆਂ। ਤੁਸੀਂ ਇਹ ਦੱਸੋ ਵੀ MSP ਦੀ ਕਾਨੂੰਨੀ ਗਰੰਟੀ ਬਣਾਉਂਦੇ ਹੋ, ਤੁਸੀਂ ਇਹ ਦੱਸੋ ਵੀ ਖੇਤੀ ਕਾਨੂੰਨ ਰੱਦ ਕਰਦੇ ਹੋ ਕਿ ਨਹੀਂ ਕਰਦੇ। ਜੇਕਰ ਤੁਸੀਂ ਇਹ ਗੱਲ ਲਿਖ ਕੇ ਦੇ ਦਿੰਦੇ ਆ ਤੇ ਆਪਾਂ ਕੱਲ੍ਹ ਨੂੰ ਮੀਟਿੰਗ ਕਰ ਲੈਂਦੇ ਹਾਂ। ਉਹਨਾਂ ਨੇ ਕਿਹਾ ਜੀ ਸਾਨੂੰ ਕਿਹੜਾ ਕੋਈ ਚਾਹ ਵੀ ਅਸੀਂ ਹੱਦ ਦੇ ਉੱਤੇ ਠਾਰੀ ਦੇ ਵਿੱਚ ਬੈਠੇ ਹਾਂ, ਅਸੀਂ ਘੰਟੇ ਬਾਅਦ ਹੀ ਆਪਣੇ ਟਰੈਕਟਰ ਟਰਾਲੀਆਂ ਪਿੰਡਾਂ ਨੂੰ ਵਾਪਸ ਮੋੜ ਲਾਂਗੇ, ਤੁਸੀਂ ਸਾਡੀ ਗੱਲ ਮੰਨੋ ਤਾਂ ਸਹੀ। ਤੇ ਇਹ ਵੀ ਗੱਲ ਕਹੀ ਹੈ ਕੇਂਦਰ ਦੇ ਮੰਤਰੀਆਂ ਨੂੰ ਵੀ ਤੁਸੀਂ ਹਰ ਰੋਜ਼ ਨਵੀਂ ਚਾਲ ਚੱਲਦੇ ਹੋ, ਹਰ ਰੋਜ਼ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਦੇ ਕੁਛ ਕਹਿ ਦਿੰਦੇ ਹੋ, ਕਦੇ ਕੁਛ ਕਹਿ ਦਿੰਦੇ ਹੋ, ਪਰ ਇੱਦਾਂ ਅਸੀਂ ਰੁਕਣ ਵਾਲੇ ਨਹੀਂ, ਝੁਕਣ ਵਾਲੇ ਨਹੀਂ, ਅਸੀਂ ਨਿਮ ਕੇ ਨਹੀਂ ਚੱਲਾਂਗੇ, ਕਿਉਂਕਿ ਸਾਨੂੰ ਪਤਾ ਕਿ ਅਸੀਂ ਆਪਣੇ ਖੇਤਾਂ ਨੂੰ ਤੇ ਆਪਣੀਆਂ ਫਸਲਾਂ ਨੂੰ ਬਚਾਉਣਾ। ਵੈਸੇ ਵੀ ਮੇਰੇ ਮਨ ਦੇ ਵਿੱਚ ਇੱਕ ਗੱਲ ਆ ਰਹੀ ਹੈ ਵੀ ਪੰਜਾਬ ਹੈਗਾ ਖੇਤੀ ਪ੍ਰਧਾਨ ਸੂਬਾ, ਇਕਲੌਤਾ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਭਾਰਤ ਦੇ ਵਿੱਚ ਪੰਜਾਬ ਦੇ ਹਰਿਆਣੇ ਦੇ ਕਿਸਾਨ ਇਸ ਵਕਤ ਹੱਦ ਦੇ ਉੱਤੇ ਬੈਠੇ ਆ। ਤੀਜੇ ਕਿਰਨ ਪਤਾ ਨਹੀਂ ਉਹ ਕਿਹੋ ਜਿਹੇ ਕਿਸਾਨ ਆ, ਉਹਨਾਂ ਨੂੰ ਕਿਹੜੀ ਚਿੱਪ ਪੈਂਦੀ ਉਹਨਾਂ ਦੇ ਵਿੱਚ, ਕਿਹੜੀ ਉਹਨਾਂ ਨੂੰ ਟੂਟੀ ਲੱਗਦੀ ਹੈ, ਜਿਹੜੇ ਕਹਿ ਦਿੰਦੇ ਜੀ ਅਸੀਂ ਤਾਂ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਆ। ਹੁਣ ਵੀ ਯੂਪੀ ਤੋਂ ਕਹਿੰਦੇ ਆ ਵੀ 3-4 ਜਥੇਬੰਦੀਆਂ ਆਈਆਂ ਜਿਨ੍ਹਾਂ ਨੇ ਨਰਿੰਦਰ ਸਿੰਘ ਤੋਮਰ ਦੇ ਨਾਲ ਮੀਟਿੰਗ ਕਰਕੇ ਗੱਲ ਕਹੀ ਹੈ ਕਿ ਅਸੀਂ ਜੀ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਆ, ਕਿਰਪਾ ਕਰਕੇ ਇਹਦੇ ਵਿੱਚ ਕੋਈ ਸੋਧ ਨਾ ਕੀਤੀ ਜਾਵੇ। ਸੋ ਕਿਸਾਨ ਆਗੂਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਵੀ ਕਈ ਤਰ੍ਹਾਂ ਦਾ ਸ਼ਿਕਵਾ ਹੈਗਾ ਵੀ ਕੇਂਦਰ ਦੀ ਸਰਕਾਰ ਇੱਕ ਪਾਸੇ ਸੁਲ੍ਹਾ ਸਫਾਈਆਂ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਇਹੋ ਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ। ਅੱਜ ਕਿਸਾਨ ਆਗੂਆਂ ਨੇ ਬੜੇ ਤਿੱਖੇ ਤੇਵਰਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਅੱਗ ਨਾਲ ਖੇਡਣਾ ਸਰਕਾਰ ਬੰਦ ਕਰੇ। ਤੇ ਉਹਨਾਂ ਦੀ ਇੱਕ ਹੋਰ ਮਹੱਤਵਪੂਰਨ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਹੈ ਤੇ ਜਿਹੜੀ ਹੈ ਵੀ ਸਹੀ, ਉਹਨਾਂ ਨੇ ਕਿਹਾ ਜੀ ਕਿ ਇਸ ਵਕਤ ਖੇਤਾਂ ਦਾ ਪੁੱਤ ਆ ਜਿਹੜਾ ਉਹ ਪਰੇਸ਼ਾਨ ਆ। ਜਦੋਂ ਆਪਣੇ ਬਾਪ ਨੂੰ ਹੱਦ ਦੇ ਉੱਤੇ ਰੁਲਦਾ ਦੇਖਦਾ ਜਵਾਨ ਪੁੱਤ ਤਾਂ ਫਿਰ ਉਹਦਾ ਗੁੱਸਾ ਭੜਕਦਾ। ਤੇ ਪੰਜਾਬ ਦੇ ਤੇ ਹਰਿਆਣੇ ਦੇ ਪੁੱਤਾਂ ਦਾ ਇਸ ਵਕਤ ਗੁੱਸਾ ਭੜਕਿਆ ਹੋਇਆ। ਕੱਲ੍ਹ ਨੂੰ ਕੁਝ ਨਾ ਕੁਝ ਇਸ ਕਰਕੇ ਨਾ ਤੁਸੀਂ ਕਹੋ ਜੀ ਕਿ ਇਹ ਇੱਦਾਂ ਹੋ ਗਿਆ, ਆਹ ਹੋ ਗਿਆ, ਇਸ ਕਰਕੇ ਆਪਾਂ ਨੂੰ ਵੇਲੇ ਸਿਰ ਮਾਹੌਲ ਵਾਚਣਾ ਚਾਹੀਦਾ। ਇਸ ਵਕਤ ਆਪਾਂ ਨੂੰ ਬਜ਼ੁਰਗਾਂ ਨੂੰ ਰੁਲਣ ਤੋਂ ਬਚਾਉਣਾ ਚਾਹੀਦਾ। ਭੈਣਾਂ ਵੀਰ ਆ ਜਿਹੜੇ ਉਹ ਬਿਮਾਰ ਹੋ ਰਹੇ, ਠੰਡ ਦੇ ਵਿੱਚ ਰੁਲ ਰਹੇ ਆ। ਸੋ ਇਸ ਕਰਕੇ ਕੇਂਦਰ ਦੀ ਸਰਕਾਰ ਨੇ ਜੇਕਰ ਮੀਟਿੰਗ ਕਰਨੀ ਆ ਤਾਂ ਉਹ ਗੋਲ ਮੋਲ ਜੀਆਂ ਗੱਲਾਂ ਨਾ ਕਰੇ, ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਨਾ ਕਰੇ, ਉਹ ਡਰਾਮੇਬਾਜ਼ੀ ਕਰਨੀ ਬੰਦ ਕਰੇ। ਸਿੱਧੀ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸੇ ਗੱਲ ਕਿ ਆਪਾਂ ਖੇਤੀ ਕਾਨੂੰਨ ਰੱਦ ਕਰਨੇ ਕਿ ਨਹੀਂ ਕਰਨੇ, ਤੇ ਜੇਕਰ ਨਹੀਂ ਕਰਨੇ ਤਾਂ ਫਿਰ ਅਸੀਂ ਇੱਥੇ ਡਟੇ ਹੋਏ ਹਾਂ ਤੇ ਦਿੱਲੀ ਦਾ ਦਾਇਰਾ ਅਸੀਂ ਹੋਰ ਵੀ ਟਾਈਟ ਕਰ ਦੇਣਾ। ਹੋਰ ਕਿਹੜੀਆਂ ਗੱਲਾਂ ਕਹੀਆਂ ਗਈਆਂ ਲੰਘੇ ਕੱਲ੍ਹ ਵਾਲੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਪਹਿਲਾਂ ਉਹਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 28 ਦਿਨ ਤੋਂ ਦਿੱਲੀ ਦੇ ਬਾਰਡਰ ਦੇ ਉੱਤੇ ਅੰਦੋਲਨ ਕਰ ਰਹੇ ਕਿਸਾਨ ਸੰਗਠਨ ਕਿਸਾਨ ਦਿਵਸ ਦੇ ਉੱਤੇ ਵੀ ਖਾਲੀ ਹੱਥੀਂ ਰਹੇ। ਦਿਨ ਦੇ ਵਿੱਚ ਸਰਕਾਰ ਦੇ ਨਾਲ ਸੁਲ੍ਹਾ ਦੀ ਉਸ ਵਕਤ ਉਮੀਦ ਜਾਗੀ ਜਦੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿਸਾਨ ਸਾਡੇ ਪ੍ਰਸਤਾਵ ਦੇ ਵਿੱਚ ਜੋ ਵੀ ਬਦਲਾਅ ਚਾਹੁੰਦੇ ਨੇ
ਉਹ ਦੱਸ ਦੇਣ। ਅਸੀਂ ਉਹਨਾਂ ਦੀ ਸਹੂਲਤ ਤੇ ਸਮੇਂ ਦੇ ਮੁਤਾਬਕ ਗੱਲਬਾਤ ਕਰਨ ਵਾਸਤੇ ਤਿਆਰ ਆ। ਸਰਕਾਰ ਨੇ ਇਹ ਪੇਸ਼ਕਸ਼ ਲੰਘੇ ਕੱਲ੍ਹ ਦੁਪਹਿਰੇ 3:30 ਵਜੇ ਤੋਂ ਬਾਅਦ ਰੱਖੀ। ਹਾਲਾਂਕਿ ਇਹਦੇ ਵਿੱਚ ਕੋਈ ਮੰਗ ਮਨਜ਼ੂਰ ਕਰਨ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। 2 ਘੰਟੇ ਬਾਅਦ ਯਾਨੀ ਕਿ ਸ਼ਾਮੀ 5:50 ਤੇ ਕਿਸਾਨਾਂ ਨੇ ਕਹਿ ਦਿੱਤਾ ਕਿ ਸਰਕਾਰ ਦੀ ਮਜ਼ਬੂਤ ਪ੍ਰਪੋਜ਼ਲ ਕੀ ਹੈ। ਅਸੀਂ ਇਹ ਗੱਲ ਜਿੰਨਾ ਚਿਰ ਨਹੀਂ ਸਮਝ ਸਕਦੇ ਉਨੀ ਦੇਰ ਤੱਕ ਪੁਰਾਣੀਆਂ ਗੱਲਾਂ ਵਾਰ-ਵਾਰ ਦੁਹਰਾਉਣ ਦੇ ਨਾਲ ਗੱਲਬਾਤ ਨਹੀਂ ਬਣੇਗੀ। ਸਰਕਾਰ ਨੇ ਕਿਸਾਨਾਂ ਨੂੰ 10 ਪੁਆਇੰਟ ਦਾ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਕਿਸਾਨ ਠੁਕਰਾ ਚੁੱਕੇ ਨੇ। ਬੁੱਧਵਾਰ ਨੂੰ ਖੇਤੀਬਾੜੀ ਮੰਤਰੀ ਨੇ ਨਵੇਂ ਸਿਰੇ ਤੋਂ ਪੇਸ਼ਕਸ਼ ਰੱਖੀ ਤਾਂ 2 ਘੰਟਿਆਂ ਬਾਅਦ ਕਿਸਾਨ ਸੰਗਠਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਇਹਦੇ ਵਿੱਚ ਕਿਸਾਨ ਸੰਗਠਨਾਂ ਨੇ ਕਿਹਾ, ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਕਿ ਅਸੀਂ ਗੱਲਬਾਤ ਨਹੀਂ ਕਰ ਰਹੇ। ਕਿਸਾਨ ਹਮੇਸ਼ਾ ਗੱਲਬਾਤ ਵਾਸਤੇ ਰਾਜ਼ੀ ਨੇ। ਜਦੋਂ ਵੀ ਬੁਲਾਇਆ ਗਿਆ ਅਸੀਂ ਗਏ ਤੇ ਅੱਗੇ ਤੋਂ ਵੀ ਜਾਵਾਂਗੇ। ਸਰਕਾਰ ਠੋਸ ਪ੍ਰਸਤਾਵ ਲਿਖ ਕੇ ਦੇਵੇ, ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਨਾਲ ਨਤੀਜਾ ਹਾਸਲ ਕਰਨ ਦੇ ਲਈ ਸਰਕਾਰ ਨੂੰ ਅਨੁਕੂਲ ਮਾਹੌਲ ਬਣਾਉਣਾ ਚਾਹੀਦਾ। ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਦਖਲ ਨਹੀਂ ਦੇਣਾ। ਯੋਗੇਂਦਰ ਯਾਦਵ ਨੇ ਕਿਹਾ, ਅੱਜ ਤੱਕ ਕਿਸੇ ਵੀ ਮੀਟਿੰਗ ਦੇ ਵਿੱਚ ਅਸੀਂ ਨਹੀਂ ਕਿਹਾ ਕਿ ਕਾਨੂੰਨ ਦੇ ਵਿੱਚ ਸੋਧ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਇੱਕੋ ਹੀ ਰਾਏ ਆ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਗੇਂਦ ਸਰਕਾਰ ਦੇ ਪਾਲੇ ਵਿੱਚ ਹੈ, ਜੋ ਕੁਝ ਕਰਨਾ ਨਹੀਂ ਚਾਹੁੰਦੀ ਉਹ ਸਾਡੇ ਪਾਲੇ ਦੇ ਵਿੱਚ ਗੇਂਦ ਸੁੱਟ ਰਹੀ ਹੈ, ਜਦ ਕਿ ਗੇਂਦ ਤਾਂ ਸ਼ੁਰੂ ਤੋਂ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਹੈ। ਇਹਦੇ ਵਿੱਚ ਕਿਹਾ ਗਿਆ ਕਿ ਉੱਪਰ ਗੱਲਬਾਤ ਕਰਕੇ ਠੋਸ ਪ੍ਰਸਤਾਵ ਬਣਾਵਾਂਗੇ, ਪਰ ਪ੍ਰਸਤਾਵ ਦੇ ਵਿੱਚ ਉਹੀ ਕਸੀਆਂ ਪਿੱਟੀਆਂ ਪੁਰਾਣੀਆਂ ਗੱਲਾਂ ਨੇ। ਸਾਨੂੰ ਗਿਫਟ ਨਹੀਂ ਚਾਹੀਦਾ। ਸਾਨੂੰ ਕੀ ਚਾਹੀਦਾ ਇਹ ਅਸੀਂ ਸਾਫ਼ ਕਰ ਚੁੱਕੇ ਹਾਂ। ਸਾਨੂੰ ਦਾਨ ਨਹੀਂ, ਸਗੋਂ ਫਸਲਾਂ ਦਾ ਸਹੀ ਮੁੱਲ ਚਾਹੀਦਾ। ਅਸੀਂ ਫਸਲਾਂ ਦੀ ਕੀਮਤ ਦੇ ਉੱਤੇ ਲੀਗਲ ਗਰੰਟੀ ਚਾਹੁੰਦੇ ਹਾਂ। ਸਰਕਾਰ ਦਾ ਮਜ਼ਬੂਤ ਪ੍ਰਪੋਜ਼ਲ ਕੀ ਹੋਵੇ ਇਹ ਅਸੀਂ ਕਿਵੇਂ ਦੱਸਾਂਗੇ। ਜੇ ਉਹ ਪੁਰਾਣੀਆਂ ਗੱਲਾਂ ਨੂੰ ਹੀ ਵਾਰ-ਵਾਰ ਦੁਹਰਾਉਣਗੇ ਤਾਂ ਗੱਲਬਾਤ ਨਹੀਂ ਬਣੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੇਂਦਰ ਦੀ ਸਰਕਾਰ ਸੱਚੀ ਮੁੱਚੀ ਇਸ ਗੱਲ ਦਾ ਪ੍ਰਭਾਵ ਸਿਰਜਣਾ ਚਾਹੁੰਦੀ ਹੈ ਕਿ ਸਾਡੇ ਵੱਲੋਂ ਕੋਈ ਕਸਰ ਨਹੀਂ ਬਾਕੀ ਛੱਡੀ ਜਾ ਰਹੀ। ਕਿਸਾਨਾਂ ਨੂੰ ਮੀਟਿੰਗ ਕਰਨ ਵਾਸਤੇ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ, ਪਰ ਕਿਸਾਨ ਹੀ ਮੀਟਿੰਗ ਕਰਕੇ ਰਾਜ਼ੀ ਨਹੀਂ। ਪਰ ਕਿਸਾਨ ਆਪਣੀ ਥਾਂ ਦੇ ਉੱਤੇ ਸਹੀ ਹੈ ਤੇ ਕਿਸਾਨ ਆਪਣੀ ਥਾਂ ਦੇ ਉੱਤੇ ਸੱਚੇ ਆ। ਵੀ ਤੁਹਾਡੇ ਨਾਲ ਮੀਟਿੰਗ ਦੇ ਵਿੱਚ ਕਿਹੜੀ ਗੱਲ ਕਰਗੇ। ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕੋਈ ਵੀ ਗੱਲ ਹੈ ਜਿਹੜੀ ਉਹ ਸਿਰੇ ਲੱਗਦੀ ਸੰਵਾਦ ਦੇ ਨਾਲ, ਕੋਈ ਵੀ ਗੱਲਬਾਤ ਆ ਜਿਹੜੀ ਉਹ ਨਤੀਜੇ ਦੇ ਉੱਤੇ ਪਹੁੰਚ ਰਹੀ ਹੈ ਡਾਇਲੋਗ ਦੇ ਨਾਲ। ਅਸੀਂ ਤੁਹਾਡੇ ਨਾਲ 5 ਮੀਟਿੰਗਾਂ ਕੀਤੀਆਂ, ਇੱਕ ਮੀਟਿੰਗ ਦੇ ਵਿੱਚ 7-7 ਘੰਟੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ, ਪਰ ਉਹ ਸੰਵਾਦ ਹੀ ਸੀ, ਉਹ ਡਾਇਲੋਗ ਹੀ ਸੀ। ਜੇਕਰ ਉਦੋਂ ਨਤੀਜਾ ਨਹੀਂ ਨਿਕਲਿਆ ਤੇ ਹੁਣ ਤੁਸੀਂ ਕਿਹੜਾ ਨਤੀਜਾ ਕੱਢਣਾ ਚਾਹੁੰਦੇ ਆ। ਕਿਸਾਨਾਂ ਨੇ ਇਹ ਗੱਲ 2 ਟੁਕ ਕਹਿ ਦਿੱਤੀ ਹੈ ਕਿ ਤੁਸੀਂ ਸਾਨੂੰ ਲਿਖਤੀ ਤੌਰ ਦੇ ਉੱਤੇ ਪ੍ਰਸਤਾਵ ਦਿਓ ਵੀ ਆਪਾਂ ਖੇਤੀ ਕਾਨੂੰਨ ਰੱਦ ਕਰਨ ਦੇ ਮੁਤਲਕ ਗੱਲਬਾਤ ਕਰਦੇ ਹਾਂ। ਨਾਲੇ ਇਹ ਗੱਲ ਕਹੋ ਜੀ ਕਿ MSP ਨੂੰ ਅਸੀਂ ਕਾਨੂੰਨੀ ਗਰੰਟੀ ਦਿੰਦੇ ਹਾਂ ਤੇ ਫਿਰ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਵੀ ਹਾਂ। ਅੱਜ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਦੇ ਲਈ ਕਰਾਰ ਕਰ ਲਈਏ। ਅਸੀਂ ਕਹਾਂਗੇ ਜੀ ਕਿ ਚਲੋ ਅਸੀਂ ਕੱਲ੍ਹ ਨੂੰ ਮੀਟਿੰਗ ਕਰਦੇ ਹਾਂ ਇੰਨੇ ਵਜੇ। ਤੁਸੀਂ 6-7 ਘੰਟੇ ਬਿਠਾ ਕੇ ਫਿਰ ਇਹ ਗੱਲ ਕਹਿ ਦਿਓ ਸੋਧਾਂ ਤਾਂ ਅਸੀਂ ਮਨਜ਼ੂਰ ਕਰ ਲੈਂਦੇ ਹਾਂ। ਕਿਹੜੀ ਸੋਧ ਕਰਨੀ ਹੈ, ਕਿਹੜੇ ਮਾਮਲੇ ਦੇ ਵਿੱਚ ਸਾਨੂੰ ਦੱਸ ਦਿਓ। ਜਦੋਂ ਅਸੀਂ ਸੋਧਾਂ ਕਰਵਾਉਣ ਵਾਸਤੇ ਇੱਥੇ ਆਏ ਹੀ ਨਹੀਂ ਤਾਂ ਫਿਰ ਅਸੀਂ ਸੋਧਾਂ ਕਰਵਾ ਕੇ ਕਿਵੇਂ ਮੰਨਣ ਵਾਲੇ ਹਾਂ। ਕਿਸਾਨ ਆਗੂਆਂ ਨੇ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਕਹੀ ਹੈ ਕਿ ਜਦੋਂ ਅਸੀਂ ਤੁਰੇ ਸੀ ਪੰਜਾਬ 'ਚੋਂ ਹਰਿਆਣੇ 'ਚੋਂ ਉਦੋਂ ਵੀ ਅਸੀਂ ਇਹ ਗੱਲ ਕਹਿੰਦੇ ਸੀ ਖੇਤੀ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ। ਜਦੋਂ ਪਹਿਲੀ ਮੀਟਿੰਗ ਕੀਤੀ ਉਦੋਂ ਵੀ ਇਹ ਗੱਲ ਕਹੀ। ਜਦੋਂ 5ਵੀਂ ਮੀਟਿੰਗ ਕੀਤੀ ਅਸੀਂ ਉਦੋਂ ਵੀ ਕਿਹਾ ਜੀ ਖੇਤੀ ਕਾਨੂੰਨ ਰੱਦ ਕਰਵਾਉਣੇ ਆ ਤੇ ਅਸੀਂ ਅੱਜ ਵੀ ਇਹ ਗੱਲ ਕਹਿੰਦੇ ਹਾਂ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਅਸੀਂ ਘਰਾਂ ਨੂੰ ਮੁੜਾਂਗੇ। ਪਰ ਤੁਹਾਡੇ ਜੇਕਰ ਸਿਰ ਦੇ ਵਿੱਚ ਇਹ ਗੱਲ ਨਹੀਂ ਪੈ ਰਹੀ ਤਾਂ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਸੋ ਕਿਸਾਨਾਂ ਨੇ ਮੋੜਵਾਂ ਉੱਤਰਾ ਜਿਹੜਾ ਉਹ ਬੜੇ ਧੜੱਲੇ ਨਾਲ ਦਿੱਤਾ ਤੇ ਅਸੀਂ ਆਪਣੇ ਸਾਰੇ ਹੀ ਕਿਸਾਨ ਆਗੂਆਂ ਦੇ ਧੰਨਵਾਦੀ ਹਾਂ ਜਿਹੜੇ ਕਿ ਕੇਂਦਰ ਦਾ ਇੰਨਾ ਦਬਾਅ ਹੋਣ ਦੇ ਬਾਵਜੂਦ ਆਪਾਂ ਸਮਝ ਸਕਦੇ ਹਾਂ ਵੀ ਇੱਕ ਪਾਸੇ ਸਰਕਾਰ ਹੋਵੇ, ਦੂਜੇ ਪਾਸੇ ਇੱਕ ਸਧਾਰਨ ਕਿਸਾਨ ਹੋਣ ਤਾਂ ਉਹਨਾਂ ਦੇ ਉੱਤੇ ਕਿਹੋ ਜਿਹਾ ਦਬਾਅ ਬਣ ਸਕਦਾ। ਇਸ ਵਕਤ 2 ਤਰ੍ਹਾਂ ਦੀ ਲੜਾਈ ਲੜੀ ਜਾ ਰਹੀ ਹੈ। ਇੱਕ ਕਿਸਾਨ ਆਗੂ ਆ ਜਿਹੜੇ ਉਹ ਲੜ ਰਹੇ ਆ ਜਾ ਕੇ ਕੇਂਦਰ ਨਾਲ ਮੀਟਿੰਗਾਂ ਕਰਕੇ, ਦੂਜੇ ਪਾਸੇ ਕੱਲਾ ਕਿਸਾਨ ਆ ਜਿਹੜਾ ਉਹ ਆਪਣੀਆਂ ਟਰਾਲੀਆਂ ਲਿਜਾ ਕੇ ਉੱਥੇ ਵੱਖਰੇ ਰੂਪ ਦੇ ਵਿੱਚ ਲੜਾਈ ਲੜ ਰਿਹਾ। ਪਰ ਮਸਲਾ ਸਭ ਦਾ ਇੱਕੋ ਹੀ ਆ, ਏਜੰਡਾ ਸਭ ਦਾ ਇੱਕੋ ਹੀ ਆ। ਇੱਕ ਬੜੀ ਵੱਡੀ ਗੱਲ ਇਹ ਹੈ ਕਿ ਖਾਲਸਾ ਏਡ ਤੇ ਹੋਰ ਕਈ ਸੰਸਥਾਵਾਂ ਦੇ ਵੱਲੋਂ ਐਤਕੀ ਬੜਾ ਮਹੱਤਵਪੂਰਨ ਯੋਗਦਾਨ ਪਾਇਆ ਵੀ ਗਿਆ ਤੇ ਪਾਇਆ ਵੀ ਜਾ ਰਿਹਾ ਸੇਵਾ ਦੇ ਖੇਤਰ ਦੇ ਵਿੱਚ। ਖਾਲਸਾ ਏਡ ਨੇ ਟਿਕਰੀ ਬਾਰਡਰ ਦੇ ਉੱਤੇ ਇੱਕ ਕਿਸਾਨ ਮਾਲ ਖੋਲ੍ਹ ਦਿੱਤਾ। ਇਸ ਮਾਲ ਦੇ ਵਿੱਚ ਕੰਘੇ ਕਸ਼ਹਿਰੇ ਤੋਂ ਲੈ ਕੇ ਹਰ ਚੀਜ਼ ਉੱਥੇ ਰੱਖੀ ਗਈ ਆ, ਭਾਵੇਂ ਬੁਰਸ਼ ਹੋਵੇ, ਭਾਵੇਂ ਪੇਸਟ ਹੋਵੇ, ਭਾਵੇਂ ਤੌਲੀਆ ਹੋਵੇ, ਭਾਵੇਂ ਇਨਰ ਹੋਵੇ ਤੇ ਭਾਵੇਂ ਕੋਈ ਹੋਰ ਸਮਾਨ ਆ, ਸ਼ੈਂਪੂ ਹੋਵੇ ਤੇ ਭਾਵੇਂ ਕੁਝ ਵੀ ਹੋਰ ਆ। ਉੱਥੇ ਤਰਪਾਲਾਂ ਵੀ ਰੱਖੀਆਂ ਗਈਆਂ, ਉੱਥੇ ਕੁਰਸੀਆਂ ਵੀ ਰੱਖੀਆਂ ਗਈਆਂ, ਉੱਥੇ ਟੈਂਟ ਦਾ ਸਮਾਨ ਵੀ ਰੱਖਿਆ ਗਿਆ। ਯਾਨੀ ਕਿ ਉੱਥੇ ਸਾਰਾ ਕੁਝ ਰੱਖਿਆ ਗਿਆ ਤਾਂ ਜੋ ਕਿਸਾਨਾਂ ਨੂੰ ਜਿਹੜੇ ਕਿ ਉੱਥੇ ਪਹੁੰਚੇ ਹੋਏ ਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ। ਰਵੀ ਸਿੰਘ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਵੱਖਰੇ ਭਾਂਤ ਦੀ ਸੇਵਾ ਕਰਨ ਦੇ ਵਿੱਚ ਤੇ ਉਸ ਤੋਂ ਬਾਅਦ ਅਮਰਪ੍ਰੀਤ ਜਿਹੜੇ ਕਿ ਪੰਜਾਬ ਦੇ ਤੇ ਪੂਰੇ ਭਾਰਤ ਦੇ ਇੰਚਾਰਜ ਆ
ਖਾਲਸਾ ਏਡ ਦੇ ਉਹਨਾਂ ਦੀ ਟੀਮ ਨੇ ਜਿਹੜਾ ਸੁਲੱਖਣਾ ਉਪਰਾਲਾ ਕੀਤਾ ਕਿਸਾਨ ਮੌਲ ਦੇ ਰੂਪ ਦੇ ਵਿੱਚ, ਇਹਦੀ ਚੌਂ ਪਾਸੇ ਚਰਚਾ ਵੀ ਹੋ ਰਹੀ ਹੈ ਤੇ ਚਰਚਾ ਹੋਣੀ ਵੀ ਚਾਹੀਦੀ ਹੈ। ਜਿਹੜੇ ਵੀ ਲੋਕਾਂ ਦੇ ਵੱਲੋਂ ਇਸ ਵਕਤ ਸੇਵਾ ਕੀਤੀ ਜਾ ਰਹੀ ਹੈ, ਭਾਵੇਂ ਕੋਈ ਇਕੱਲਾ ਕਹਿਰਾ ਕਰ ਰਿਹਾ, ਭਾਵੇਂ ਕੋਈ ਪੰਚਾਇਤ ਕਰ ਰਹੀ ਹੈ, ਭਾਵੇਂ ਕੋਈ ਸੁਸਾਇਟੀ ਕਰ ਰਹੀ ਹੈ, ਭਾਵੇਂ ਕੋਈ ਧਾਰਮਿਕ ਜਥੇਬੰਦੀ ਕਰ ਰਹੀ ਹੈ, ਸਾਰਿਆਂ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ। ਕਈ ਵਾਰ ਅਸੀਂ ਕਿਸੇ ਦੀ ਫੋਟੋ ਸੋਸ਼ਲ ਮੀਡੀਆ ਤੋਂ ਚੱਕ ਕੇ ਆਪਣੇ ਕਿਸੇ ਵੀ ਮਕਸਦ ਨੂੰ ਪੂਰਾ ਕਰਨ ਦੇ ਲਈ ਕੋਸ਼ਿਸ਼ ਕਰਦੇ ਹਾਂ, ਪਰ ਉਹਦੇ ਨਾਲ ਮਸਲਾ ਵਿਗੜ ਜਾਂਦਾ। ਆਪਾਂ ਜਾਣਦੇ ਕੁਝ ਮਹੀਨੇ ਪਹਿਲਾਂ ਦੀ ਗੱਲ ਚੇਤੇ ਕਰਕੇ ਦੇਖੋ, ਬੀਜੇਪੀ ਦੇ ਵੱਲੋਂ ਇੱਕ ਵਿਅਕਤੀ ਦੀ ਫੋਟੋ ਸਾਂਝੀ ਕਰ ਲਈ ਗਈ ਸੀ ਵੀ ਖੁਸ਼ਹਾਲ ਕਿਸਾਨ ਇੱਦਾਂ ਹੁੰਦੇ ਹਨ, ਆਹ ਹੈ ਉਹ ਹੈ, ਪਰ ਉਹ ਅਸਲ ਦੇ ਵਿੱਚ ਤਸਵੀਰ ਸੀਗੀ ਗੁਰਪ੍ਰੀਤ ਸਿੰਘ ਚੰਦਬਾਜਾ ਹੋਰਾਂ ਦੀ। ਉਹਨਾਂ ਨੇ ਬਾਅਦ ਦੇ ਵਿੱਚ ਇਤਰਾਜ਼ ਜ਼ਾਹਰ ਕੀਤਾ ਸੀ ਕਿ ਮੈਂ ਤਾਂ ਕਿਸਾਨ ਪੱਖੀ ਹਾਂ, ਮੈਂ ਬੀਜੇਪੀ ਪੱਖੀ ਨਹੀਂ, ਮੈਂ ਇਸ ਵਕਤ ਹਕੂਮਤ ਦੇ ਹੱਕ ਦੇ ਵਿੱਚ ਬੋਲਣ ਵਾਲਾ ਨਹੀਂ। ਤੇ ਅਸੀਂ ਉਹਦੀ ਸੋਚ ਦੇ ਉੱਤੇ ਮਾਣ ਵੀ ਕੀਤਾ ਸੀ ਵੀ ਗੁਰਪ੍ਰੀਤ ਹੋਰਾਂ ਨੇ ਸੋਹਣੀ ਗੱਲ ਕੀਤੀ ਹੈ। ਤੇ ਇੱਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਇਸ ਤੋਂ ਪਹਿਲਾਂ ਵੀ ਆਈਆਂ। ਤਸਵੀਰ ਚੱਕ ਕੇ ਕਿਤੋਂ ਵੀ ਕਿਸੇ ਦੀ ਵਰਤ ਲੈਂਦੇ ਆ। ਇਹ ਪਤਾ ਨਹੀਂ ਹੁੰਦਾ ਵੀ ਬੰਦਾ ਸਾਡੀ ਸੋਚ ਮੁਤਾਬਕ ਚੱਲਦਾ ਜਾਂ ਸਾਡੀ ਸੋਚ ਸਾਡੇ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ। ਸੋ ਇਹਨਾਂ ਨੂੰ ਬਾਅਦ ਦੇ ਵਿੱਚ ਬਦਨਾਮੀ ਦਾ ਜਦੋਂ ਡਰ ਸਤਾਉਂਦਾ ਤਾਂ ਫਿਰ ਗੋਲਮੋਲ ਦੀਆਂ ਗੱਲਾਂ ਕਰਨ ਲੱਗ ਜਾਂਦੇ ਬੀਜੇਪੀ ਦੇ ਆਗੂ। ਹੁਣ ਇੱਕ ਫੋਟੋ ਦੀ ਫਿਰ ਦੁਰਵਰਤੋਂ ਕੀਤੀ ਗਈ ਹੈ। ਹਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਜਿਹਨੇ ਕਿ 5-6 ਸਾਲ ਪਹਿਲਾਂ ਫੋਟੋ ਖਿਚਵਾਈ, ਜਿਹੜਾ ਕਿ ਮਾਡਲਿੰਗ ਦਾ ਕੰਮ ਕਰਦਾ, ਜਿਹੜਾ ਕਿ ਫਿਲਮਾਂ ਦਾ ਕੰਮ ਕਰਦਾ, ਉਹਨੇ ਮੋਢੇ ਦੇ ਉੱਤੇ ਕਹੀ ਰੱਖ ਕੇ ਬੜੇ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਹੱਸਦਿਆਂ ਖੇਡਦਿਆਂ ਫੋਟੋ ਖਿਚਾਈ ਸੀ। ਬੀਜੇਪੀ ਦੇ ਵੱਲੋਂ, ਪੰਜਾਬ ਬੀਜੇਪੀ ਦੇ ਵੱਲੋਂ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਵੀ ਖੇਤੀ ਕਾਨੂੰਨ ਤਾਂ ਬਹੁਤ ਕਮਾਲ ਹਨ, ਕਿਸਾਨ ਬੜੇ ਖੁਸ਼ਹਾਲ ਹਨ, ਅਸੀਂ ਆਹ ਵੀ ਕੀਤਾ ਕਿਸਾਨਾਂ ਲਈ, ਅਸੀਂ ਉਹ ਵੀ ਕੀਤਾ ਕਿਸਾਨਾਂ ਲਈ, ਅਸੀਂ ਉਹ ਵੀ ਕੀਤਾ ਕਿਸਾਨਾਂ ਦੇ ਲਈ। ਚੱਕ ਕੇ ਸੋਸ਼ਲ ਮੀਡੀਆ ਤੋਂ ਫੋਟੋ ਹੈ ਜਿਹੜੀ ਉਸ ਇਸ਼ਤਿਹਾਰ ਦੇ ਵਿੱਚ ਛਾਪ ਦਿੱਤੀ ਹੈ। ਤੇ ਜਿਹੜਾ ਹਰਪ੍ਰੀਤ ਸਿੰਘ ਜੀ ਦੀ ਫੋਟੋ ਛਾਪੀ ਗਈ ਹੈ ਉਹ ਪਹਿਲੇ ਦਿਨ ਤੋਂ ਸਿੰਘੂ ਬਾਰਡਰ ਦੇ ਉੱਤੇ ਆ। ਉਹ ਤਾਂ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਹਾ ਤੇ ਇਹ ਉਹਦੀ ਤਸਵੀਰ ਨੂੰ ਵਰਤ ਰਿਹਾ ਜੀ। ਦੇਖੋ ਕਿਸਾਨ ਖੁਸ਼ਹਾਲ ਕਿੰਨਾ। ਵੱਡਾ ਆਕਾਰੀ ਫੋਟੋ ਲਾ ਕੇ ਇਹਨਾਂ ਨੇ ਆਪਦੀ ਆਪੇ ਬਦਨਾਮੀ ਖੱਟ ਲਈ ਹੈ। ਤੇ ਹੁਣ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਬੀਜੇਪੀ ਦੇ ਇਸ ਸੈੱਲ ਨੂੰ, ਯਾਨੀ ਕਿ ਪੰਜਾਬ ਬੀਜੇਪੀ ਨੂੰ, ਵੀ ਤੁਹਾਡੀਆਂ ਕਰਤੂਤਾਂ ਇਹੋ ਜਿਹੀਆਂ, ਤੁਸੀਂ ਬਿਨਾਂ ਕਿਸੇ ਦੀ ਇਜਾਜ਼ਤ ਤੋਂ, ਬਿਨਾਂ ਕਿਸੇ ਦੀ ਸੋਚ ਨੂੰ ਜਾਣਿਆ, ਆਪਣੀ ਮਰਜ਼ੀ ਦੇ ਮੁਤਾਬਕ ਫੋਟੋ ਲਾ ਕੇ ਕਿਸੇ ਵੀ ਇਸ਼ਤਿਹਾਰ ਦੇ ਉੱਤੇ, ਕਿਸੇ ਵੀ ਖਬਰ ਦੇ ਵਿੱਚ, ਤੇ ਲੋਕਾਂ ਦੇ ਵਿੱਚ ਭਰਮ ਪੈਦਾ ਕਰਨਾ ਚਾਹੁੰਦੇ ਹੋ, ਲੋਕਾਂ ਦੇ ਵਿੱਚ ਫਿੱਕ ਪਾਉਣਾ ਚਾਹੁੰਦੇ ਹੋ, ਪਰ ਇੱਦਾਂ ਹੋਣਾ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ ਦੇ ਦਰਮਿਆਨ ਭਾਜਪਾ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸ ਰਹੀ ਹੈ। ਇਸੇ ਦਰਮਿਆਨ ਇੱਕ ਪੋਸਟਰ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਕਿਸਾਨ ਮਿਨੀਮਮ ਸਪੋਰਟ ਪ੍ਰਾਈਜ਼ ਯਾਨੀ ਕਿ MSP ਦੇ ਉੱਤੇ ਫਸਲ ਖਰੀਦੇ ਜਾਣ ਦੀ ਗੱਲ ਕਹਿ ਰਿਹਾ। ਪੋਸਟਰ ਦੇ ਵਿੱਚ ਕਾਫੀ ਖੁਸ਼ ਦਿਸ ਰਹੇ ਇਸ ਕਿਸਾਨ ਦਾ ਨਾਂ ਹੈ ਹਰਪ੍ਰੀਤ ਸਿੰਘ। ਇਹ ਪੋਸਟਰ ਪੰਜਾਬ ਭਾਜਪਾ ਨੇ ਜਾਰੀ ਕੀਤਾ ਹੈ। ਪੋਸਟਰ ਦੇ ਵਿੱਚ ਹਰਪ੍ਰੀਤ ਨੂੰ ਇੱਕ ਖੁਸ਼ਹਾਲ ਕਿਸਾਨ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ, ਪਰ ਹਕੀਕਤ ਦੇ ਵਿੱਚ ਹਰਪ੍ਰੀਤ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਵਿੱਚ ਸ਼ਾਮਿਲ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਪ੍ਰੀਤ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਬਿਨਾਂ ਪੁੱਛੇ ਮੇਰੀ ਫੋਟੋ ਛਾਪ ਦਿੱਤੀ। ਇਹਦੇ ਵਿੱਚ ਬਸ਼ਰਮੀ ਵੀ ਜੀਓ ਦੇ ਇੰਟਰਨੈਟ ਵਰਗੀ ਅਨਲਿਮਟਿਡ ਹੈ। ਦੂਜੇ ਪਾਸੇ ਪੰਜਾਬ ਭਾਜਪਾ ਨੇ ਆਪਣੇ ਫੇਸਬੁੱਕ ਪੇਜ ਤੋਂ ਪੋਸਟਰ ਵਾਲੀ ਪੋਸਟ ਡਿਲੀਟ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਦਾ ਕਹਿਣਾ ਕਿ ਭਾਜਪਾ ਨੇ ਮੇਰੀ 6-7 ਸਾਲ ਪੁਰਾਣੀ ਫੋਟੋ ਦਾ ਪੋਸਟਰ ਦੇ ਵਿੱਚ ਇਸਤੇਮਾਲ ਕੀਤਾ, ਇਸ ਲਈ ਮੈਨੂੰ ਪੁੱਛਿਆ ਨਹੀਂ ਗਿਆ। ਮੈਂ ਤਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਅੰਦੋਲਨ ਦੇ ਵਿੱਚ ਸ਼ਾਮਲ ਹਾਂ। ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰ ਭਾਵੇਂ ਇਹ ਕਹਿ ਰਹੀ ਹੋਵੇ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਵਾਸਤੇ ਨੇ, ਪਰ ਅਸੀਂ ਜਾਣਦੇ ਹਾਂ ਕਿ ਇਹ ਨੁਕਸਾਨ ਦਾ ਸੌਦਾ ਹੈ। ਅਸੀਂ ਆਪਣਾ ਅੰਦੋਲਨ ਉਦੋਂ ਹੀ ਖਤਮ ਕਰਾਂਗੇ ਜਦੋਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇਗਾ। ਹਰਪ੍ਰੀਤ ਸਿੰਘ ਦੀ ਤਸਵੀਰ ਦੇ ਇਸਤੇਮਾਲ ਦੇ ਉੱਤੇ ਪੰਜਾਬ ਭਾਜਪਾ ਦੇ ਚੀਫ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕਰਵਾ ਰਹੇ ਹਾਂ। ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਿਨਾਂ ਇਜਾਜ਼ਤ ਫੋਟੋ ਇਸਤੇਮਾਲ ਕਰਨ ਦੇ ਦੋਸ਼ ਦੇ ਵਿੱਚ ਹਰਪ੍ਰੀਤ ਸਿੰਘ ਨੇ ਭਾਜਪਾ ਨੂੰ ਲੀਗਲ ਨੋਟਿਸ ਵੀ ਭੇਜ ਦਿੱਤਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਜੇਪੀ ਹੋਵੇ ਜਾਂ ਕਈ ਹੋਰ ਸਿਆਸੀ ਪਾਰਟੀਆਂ ਵੀ ਇਸ ਤੋਂ ਇਲਾਵਾ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਬਿਨਾਂ ਕਿਸੇ ਦੀ ਇਜਾਜ਼ਤ ਲਏ ਕਿਸੇ ਔਰਤ ਦੀ ਫੋਟੋ ਛਾਪੀ, ਕਿਸੇ ਸਕੀਮ ਦੇ ਨਾਲ ਲਾਤੀ, ਕਿਸੇ ਨੇ ਕਿਸੇ ਇਸ਼ਤਿਹਾਰ ਦੇ ਵਿੱਚ ਲਾਤੀ ਕਿਸੇ ਬੰਦੇ ਦੀ ਫੋਟੋ, ਜਿਹਦੇ ਕਰਕੇ ਸਮੇਂ-ਸਮੇਂ ਦੇ ਉੱਤੇ ਰੌਲਾ ਕਈ ਵਾਰ ਪਿਆ। ਇਹ ਪਹਿਲੀ ਵਾਰ ਨਹੀਂ ਹੋਇਆ ਪੰਜਾਬ ਦੇ ਵਿੱਚ, ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਖਬਰਾਂ ਆਈਆਂ ਕਿ ਬਿਨਾਂ ਕਿਸੇ ਦੀ ਇਜਾਜ਼ਤ ਦੇ, ਬਿਨਾਂ ਕਿਸੇ ਦੀ ਸੋਚ ਨੂੰ ਜਾਣਿਆ, ਬਿਨਾਂ ਕਿਸੇ ਨਾਲ ਤਾਲਮੇਲ ਕਾਇਮ ਕੀਤਿਆਂ, ਬਿਨਾਂ ਕਿਸੇ ਨਾਲ ਕੰਟਰੈਕਟ ਕੀਤਿਆਂ ਇਹਨਾਂ ਦੇ ਵੱਲੋਂ ਤਸਵੀਰਾਂ ਆਪਣੀਆਂ ਛਾਪ ਲਈਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਜਦੋਂ ਰੌਲਾ ਪੈਂਦਾ ਤੇ ਫਿਰ ਇਹ ਪੋਸਟ ਡਿਲੀਟ ਕਰ ਲਏ। ਇਸ ਤੋਂ ਬਿਨਾਂ ਇਹਨਾਂ ਦੇ ਕੋਲੇ ਹੱਲ ਵੀ ਨਹੀਂ ਹੁੰਦਾ ਤੇ ਫਿਰ ਕਹਿਣਗੇ ਜੀ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ। ਪੜਤਾਲ ਕਰਨ ਨੂੰ ਇਹਦੇ ਵਿੱਚ ਕੀ ਹੈ? ਕਿਹੜਾ ਕੋਈ 35,000 ਬੰਦਾ ਉੱਥੇ ਜਾ ਕੇ ਪੋਸਟਰ ਤੁਹਾਡੇ ਬਣਾ ਰਿਹਾ? ਜਿਹੜੇ 1-2 ਬੰਦਿਆਂ ਨੇ ਇਹ ਕਰਤੂਤ ਕੀਤੀ ਹੈ ਉਹਨਾਂ ਦੇ ਉੱਤੇ ਬਣਦੀ ਕਾਰਵਾਈ 15 ਮਿੰਟਾਂ ਦੇ ਵਿੱਚ ਕਰਕੇ ਤੁਸੀਂ ਪਰੇ ਕਰੋ, ਪਰ ਕਰਨੀ ਨਹੀਂ ਇਹਨਾਂ ਨੇ, ਕਿਉਂਕਿ ਇੱਦਾਂ ਇਹਨਾਂ ਦੀ ਬਦਨਾਮੀ ਹੁੰਦੀ ਹੈ। ਜਿਹੜੇ ਲੋਕਾਂ ਨੇ ਖੇਤੀ ਕਾਨੂੰਨ ਨਹੀਂ ਵਾਪਸ ਲੈਣੇ ਤੇ ਉਹ ਇਹ ਕਿਵੇਂ ਮੰਨ ਜਾਣ ਕਿ ਸਾਡੇ ਜਿਹੜੇ ਹਾਇਰ ਕੀਤੇ ਹੋਏ ਬੰਦੇ ਆ, ਸਾਡੇ ਮੁਲਾਜ਼ਮ ਆ ਜਿਹੜੇ ਜਾਂ ਸਾਡੇ ਸਮਰਥਕ ਆ ਜਿਹੜੇ, ਉਹਨਾਂ ਦੇ ਵੱਲੋਂ ਹੀ ਇਹ ਪੋਸਟਾਂ ਤਿਆਰ ਕੀਤੀਆਂ ਜਾਂਦੀਆਂ, ਇਹ ਪੋਸਟਰ ਤਿਆਰ ਕੀਤੇ ਜਾਂਦੇ ਆ। ਸੋ ਹਰਪ੍ਰੀਤ ਸਿੰਘ ਨੇ ਇਸ ਪੰਜਾਬ ਦੇ ਬੀਜੇਪੀ ਦੇ ਸੈੱਲ ਦੀ
ਅਸਲੀਅਤ ਬਿਆਨ ਕਰ ਦਿੱਤੀ ਹੈ ਕਿ ਇਹ ਕਿਸ ਤਰੀਕੇ ਨਾਲ ਕੰਮ ਕਰਦੇ ਆ। ਇਹ ਕਿਸੇ ਨੂੰ ਵੀ ਖੁਸ਼ਹਾਲ ਕਿਸਾਨ ਬਣਾ ਦਿੰਦੇ ਆ। ਜੇ ਮੰਨ ਲਓ ਇਸ ਫੋਟੋ ਦੇ ਉੱਤੇ ਹਰਪ੍ਰੀਤ ਸਿੰਘ ਨੋਟਿਸ ਨਾ ਲੈਂਦਾ ਤਾਂ ਭੰਬਲ ਭੂਸਾ ਤਾਂ ਇਹੀ ਰਹਿਣਾ ਸੀ ਨਾ ਕਿ ਨਾਲੇ ਸਿੰਘੂ ਬਾਰਡਰ ਦੇ ਉੱਤੇ ਉਹ ਬੰਦਾ ਫਿਰਦਾ ਤੇ ਨਾਲੇ ਜੀ ਖੁਸ਼ਹਾਲ ਕਿਸਾਨ ਆ। ਬੀਜੇਪੀ ਉਹਦੀ ਵਕਾਲਤ ਕਰ ਰਹੀ ਵੀ ਦੇਖੋ ਜੀ ਇਹੋ ਜਿਹੇ ਖੁਸ਼ਹਾਲ ਕਿਸਾਨ ਹੁੰਦੇ ਆ, ਆਹ ਦੇਖੋ ਜੀ ਕਿੰਨੀ ਖੁਸ਼ਹਾਲੀ ਵਾਲਾ ਕਿਸਾਨ ਆ, ਮੋਢੇ ਦੇ ਉੱਤੇ ਕਈ ਰੱਖ ਕੇ ਹੱਸੀ ਜਾਂਦਾ ਹੈ। ਸੋ ਇਹ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਜਾਂ ਮੂਰਖਤਾਈਆਂ ਕੀਤੀਆਂ ਜਾ ਰਹੀਆਂ, ਇਹ ਤਾਂ ਬੀਜੇਪੀ ਜਾਣਦੀ ਹੋਊਗੀ। ਪਰ ਇਸ ਵਕਤ ਕਿਸਾਨਾਂ ਦਾ ਜਿਹੜਾ IT ਸੈੱਲ ਹੈ ਉਹ ਵੀ ਬੀਜੇਪੀ ਦੇ IT ਸੈੱਲ ਨੂੰ ਮਾਤ ਪਾ ਰਿਹਾ, ਕਿਉਂਕਿ ਬੀਜੇਪੀ ਦੇ IT ਸੈੱਲ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਬੜੀਆਂ ਕੀਤੀਆਂ ਜਾ ਰਹੀਆਂ ਸੀ। ਪਰ ਕਿਸਾਨਾਂ ਦਾ IT ਸੈੱਲ ਹੈ ਜਿਹੜਾ ਉਹਨੇ ਵੀ ਧੱਕ ਪਾਈ ਹੋਈ ਹੈ। ਉਹ ਲਗਾਤਾਰ ਹਰ ਪੋਸਟ ਦਾ, ਹਰ ਗਲਤ ਖਬਰ ਦਾ ਉੱਤਰ ਦਿੰਦੇ ਆ ਤੇ ਉਹਨਾਂ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਅੱਗੇ ਤੋਂ ਅੱਗੇ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਛੱਡੀ ਜਾ ਰਹੀ। ਇੱਕ ਗੱਲ ਹੋਰ ਦੱਸਣੀ ਬਣਦੀ ਹੈ ਵੀ ਪਹਿਲਾਂ ਟਰਾਲੀ ਟਾਈਮਜ਼ ਅਖਬਾਰ ਨਿਕਲਿਆ ਬਾਰਡਰ ਤੋਂ, ਹੁਣ ਇੱਕ ਹੋਰ ਅਖਬਾਰ ਨਿਕਲਿਆ, ਉਹਦਾ ਨਾਂ ਹੈਗਾ ਜੰਗ ਹਿੰਦ ਪੰਜਾਬ। ਸੋ 2 ਅਖਬਾਰ ਹੋ ਚੁੱਕੇ ਆ ਉੱਥੋਂ, ਤੇ ਯਾਨੀ ਕਿ ਇਸ ਅੰਦੋਲਨ ਦੇ ਵਿੱਚੋਂ ਅਖਬਾਰਾਂ ਵੀ ਨਵੀਆਂ ਨਿਕਲੀਆਂ। ਇਸ ਅੰਦੋਲਨ ਦੇ ਵਿੱਚ ਸੇਵਾ ਦੀ ਮਿਸਾਲ ਵੀ ਨਵੀਂ ਪੈਦਾ ਹੋ ਰਹੀ ਹੈ ਤੇ ਏਕਾ ਜਿਹੜਾ ਉਹਨੇ ਇੱਕ ਇਹੋ ਜਿਹੀ ਮਿਸਾਲ ਕਾਇਮ ਕਰ ਦਿੱਤੀ ਹੈ ਜਿਹੜੀ ਕਿ ਚਿਰਾਂ ਤੱਕ ਚੇਤੇ ਰੱਖੀ ਜਾਊਗੀ। ਦੇਸ਼ ਦੇ ਵਿੱਚ ਕਈ ਵਾਰ ਇਹੋ ਜਿਹੀਆਂ ਖਬਰਾਂ ਪੈਦਾ ਹੁੰਦੀਆਂ ਜਿਨ੍ਹਾਂ ਦੇ ਉੱਤੇ ਹੈਰਾਨੀ ਵੀ ਹੁੰਦੀ ਹੈ ਤੇ ਕਈ ਵਾਰ ਤਸੱਲੀ ਵੀ ਹੁੰਦੀ ਹੈ। ਭਾਰਤ ਦੇ ਵਿੱਚ ਹਰ ਗੱਲ ਦੇ ਉੱਤੇ ਰਾਜਨੀਤੀ ਹੁੰਦੀ ਹੈ, ਇਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ। ਅਰੁਣ ਜੇਟਲੀ ਜਿਹੜੇ ਕਿ ਭਾਰਤ ਦੇ ਸਾਬਕਾ ਵਿੱਤ ਮੰਤਰੀ ਸੀ, ਜਿਹੜੇ ਕਿ ਇਸ ਦੁਨੀਆ ਦੇ ਉੱਤੇ ਨਹੀਂ, ਉਹਨਾਂ ਦੇ ਨਾਂ ਦੇ ਉੱਤੇ ਹੁਣ ਬਹੁਤ ਸਾਰੀ ਚਰਚਾ ਛਿੜੀ ਹੋਈ ਹੈ, ਕਿਉਂਕਿ ਖਬਰਾਂ ਇਹ ਆ ਰਹੀਆਂ ਕਿ ਫਿਰੋਜ਼ ਸ਼ਾਹ ਕੋਟਲਾ ਮੈਦਾਨ ਹੈ ਜਿਹੜਾ, ਉਹਦੇ ਵਿੱਚ 6 ਫੁੱਟ ਉੱਚਾ ਅਰੁਣ ਜੇਟਲੀ ਦਾ ਬੁੱਤ ਸਥਾਪਿਤ ਕੀਤਾ ਜਾ ਰਿਹਾ। ਇਸ ਗੱਲ ਦੇ ਉੱਤੇ ਬਿਸ਼ਨ ਸਿੰਘ ਬੇਦੀ ਦੇ ਵੱਲੋਂ ਬਹੁਤ ਵੱਡਾ ਇਤਰਾਜ਼ ਕੀਤਾ ਗਿਆ। ਬਿਸ਼ਨ ਸਿੰਘ ਬੇਦੀ ਨੇ ਇਹ ਗੱਲ ਕਹੀ ਹੈ ਕਿ ਜੇਕਰ ਇੱਥੇ ਅਰੁਣ ਜੇਟਲੀ ਦਾ ਬੁੱਤ ਲਾਉਣਾ ਤਾਂ ਫਿਰ ਜਿਹੜੀ ਮੇਰੇ ਨਾਂ ਦੇ ਉੱਤੇ ਗੈਲਰੀ ਬਣਾਈ ਗਈ ਹੈ, ਇਸ ਗੈਲਰੀ ਤੋਂ ਮੇਰਾ ਨਾਂ ਹਟਾ ਦਿਓ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹੋ ਜਿਹੇ ਤੁਸੀਂ ਕੰਮ ਕਰੋ, ਕਿਉਂਕਿ ਤੁਸੀਂ ਹਰ ਗੱਲ ਦੇ ਵਿੱਚ ਰਾਜਨੀਤੀ ਵਾੜਨੀ ਹੁੰਦੀ ਹੈ ਤੇ ਇਹ ਗੱਲ ਮੈਨੂੰ ਪਸੰਦ ਨਹੀਂ ਹੈ। ਬਿਸ਼ਨ ਸਿੰਘ ਬੇਦੀ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤੁਹਾਨੂੰ ਪੁੱਛਿਆ ਨਹੀਂ, ਮੈਂ ਤੁਹਾਨੂੰ ਦੱਸਿਆ, ਮੈਂ ਤੁਹਾਨੂੰ ਇਹ ਪੁੱਛਿਆ ਨਹੀਂ ਕਿ ਮੈਂ ਕੀ ਕਰਾਂ, ਮੈਂ ਤੁਹਾਨੂੰ ਦੱਸਿਆ ਕਿ ਮੇਰਾ ਨਾਂ ਹਟਾ ਦਿਓ, ਕਿਉਂਕਿ ਜੇਕਰ ਤੁਹਾਨੂੰ ਅਰੁਣ ਜੇਟਲੀ ਜਾਂ ਕਿਸੇ ਵੀ ਹੋਰ ਨੇਤਾ ਦਾ ਬੁੱਤ ਲਾਉਣਾ ਚੰਗਾ ਲੱਗਦਾ ਇੱਥੇ, ਤੁਸੀਂ ਜੀ ਸਦਕੇ ਲਾਓ, ਪਰ ਮੇਰੇ ਨਾਂ ਦੀ ਵਰਤੋਂ ਕਰਨੀ ਫਿਰ ਇੱਥੇ ਬੰਦ ਕਰ ਦਿਓ। ਉਹਨਾਂ ਨੇ ਕੁਝ ਕੁ ਹੋਰ ਵੀ ਗੱਲਾਂ ਕਹੀਆਂ ਜਿਹੜੀਆਂ ਕਿ ਅੱਜ ਦੇ ਪ੍ਰਸੰਗ ਦੇ ਵਿੱਚ ਬੜੀਆਂ ਮੁੱਲਵਾਨ ਆ। ਅੱਜ ਕਿਸੇ ਵਿਅਕਤੀ ਦਾ ਜੇਕਰ ਪੱਖੇ ਦੇ ਉੱਤੇ ਵੀ ਨਾਂ ਲਿਖਿਆ ਹੋਵੇ, ਜਿਵੇਂ ਕਿ ਆਪਾਂ ਧਾਰਮਿਕ ਥਾਵਾਂ ਦੇ ਉੱਤੇ ਲਿਖਦੇ ਹਾਂ, ਦੇਖਦੇ ਵੀ ਹਾਂ ਕਿ ਭਾਈ ਪੱਖੇ ਦੇ ਉੱਤੇ 15 ਜਣਿਆਂ ਦਾ ਨਾਂ ਲਿਖਿਆ ਹੁੰਦਾ ਕਿ ਕਿਹਨੇ ਸੇਵਾ ਕਰਵਾਈ। ਬੰਦਾ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੇਰੇ ਨਾਂ ਵਾਲਾ ਪੱਖਾ ਵੀ ਲੈ ਜੇ ਜਾਂ ਮੇਰੇ ਨਾਂ ਦੇ ਉੱਤੇ ਧੂੜ ਵੀ ਪੈਦਾ ਹੋ ਜੇ, ਜਾਂ ਉਹ ਚਾਹੁੰਦਾ ਕਿ ਜੇਕਰ ਧੂੜ ਜੰਮੀ ਹੈ ਤਾਂ ਫਿਰ ਇਹ ਲਾਹ ਦਿੱਤੀ ਜਾਵੇ। ਪਰ ਜੇਕਰ ਇੱਕ ਗੈਲਰੀ ਤੋਂ ਇੱਕ ਖਿਡਾਰੀ, ਇੱਕ ਮਹਾਨ ਖਿਡਾਰੀ ਆਪਣਾ ਨਾਂ ਲੁਹਾਉਣ ਦੀ ਗੱਲ ਕਰਦਾ, ਉਹ ਵੀ ਇਸ ਕਰਕੇ ਵੀ ਮੈਂ ਰਾਜਨੀਤਿਕ ਲੋਕਾਂ ਦੀ ਘੁਸਪੈਠ ਨਹੀਂ ਇੱਥੇ ਬਰਦਾਸ਼ਤ ਕਰਨੀ। ਉਹਨਾਂ ਦਾ ਵੱਖਰਾ ਕੰਮ ਆ, ਸਾਡਾ ਵੱਖਰਾ ਕੰਮ ਆ। ਮੈਦਾਨਾਂ ਦੇ ਵਿੱਚ, ਖੇਡ ਮੈਦਾਨਾਂ ਦੇ ਵਿੱਚ ਰਾਜਨੀਤਿਕ ਲੋਕਾਂ ਦਾ ਕੀ ਕੰਮ ਹੈ, ਤਾਂ ਇਹ ਗੱਲ ਬੜੀ ਮਹੱਤਵਪੂਰਨ ਅਤੇ ਬੜੀ ਮੁੱਲਵਾਨ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਫਿਰੋਜ਼ ਸ਼ਾਹ ਕੋਟਲਾ ਮੈਦਾਨ ਦੇ ਵਿੱਚ DDCA ਦੇ ਮਰਹੂਮ ਪ੍ਰਧਾਨ ਅਰੁਣ ਜੇਟਲੀ ਦਾ ਬੁੱਤ ਲਾਉਣ ਦੇ ਫੈਸਲੇ ਦਾ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਕ੍ਰਿਕਟ ਐਸੋਸੀਏਸ਼ਨ ਨੂੰ ਮਹਿਮਾਨਾਂ ਦੀ ਗੈਲਰੀ ਦੇ ਵਿੱਚੋਂ ਆਪਣਾ ਨਾਂ ਹਟਾਉਣ ਵਾਸਤੇ ਕਹਿ ਦਿੱਤਾ। DDCA ਦੇ ਮੌਜੂਦਾ ਪ੍ਰਧਾਨ ਤੇ ਅਰੁਣ ਜੇਟਲੀ ਦੇ ਬੇਟੇ ਰੋਹਨ ਜੇਟਲੀ ਨੂੰ ਲਿਖੀ ਚਿੱਠੀ ਦੇ ਵਿੱਚ ਬਿਸ਼ਨ ਸਿੰਘ ਬੇਦੀ ਨੇ ਕਿਹਾ, ਮੈਂ ਬਹੁਤ ਸਹਿਣਸ਼ੀਲ ਵਿਅਕਤੀ ਹਾਂ, ਪਰ ਹੁਣ ਮੇਰਾ ਸਬਰ ਟੁੱਟ ਰਿਹਾ। DDCA ਨੇ ਮੇਰੇ ਸਬਰ ਦੀ ਪ੍ਰੀਖਿਆ ਲਈ ਹੈ ਤੇ ਮੈਨੂੰ ਇਹ ਸਖਤ ਕਦਮ ਚੁੱਕਣ ਵਾਸਤੇ ਮਜਬੂਰ ਕੀਤਾ ਹੈ। ਬੇਦੀ ਨੇ ਕਿਹਾ, ਸ਼੍ਰੀਮਾਨ, ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਮੇਰੇ ਨਾਂ ਦਾ ਉਹ ਸਟੈਂਡ ਹਟਾਓ ਜੋ ਮੇਰੇ ਨਾਮ ਦੇ ਉੱਤੇ ਹੈ ਤੇ ਇਹ ਤੁਰੰਤ ਕੀਤਾ ਜਾਣਾ ਚਾਹੀਦਾ। ਮੈਂ DDCA ਦੀ ਮੈਂਬਰਸ਼ਿਪ ਵੀ ਛੱਡ ਰਿਹਾ। ਕ੍ਰਿਕਟ ਸੰਘ ਜੇਟਲੀ ਦੀ ਯਾਦ ਦੇ ਵਿੱਚ 6 ਫੁੱਟ ਦਾ ਬੁੱਤ ਸਟੇਡੀਅਮ ਦੇ ਵਿੱਚ ਲਵਾਉਣ ਬਾਰੇ ਸੋਚ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸੇ ਵਿਅਕਤੀ ਦਾ ਜਿਉਂਦੇ ਜੀ ਕਿਸੇ ਵੀ ਸੰਘ ਦੇ ਵਿੱਚ, ਕਿਸੇ ਫੈਡਰੇਸ਼ਨ ਦੇ ਵਿੱਚ ਯੋਗਦਾਨ ਹੋਣਾ ਇਹ ਇੱਕ ਵੱਖਰੀ ਗੱਲ ਹੈ। ਪਰ ਜਦੋਂ ਬੰਦਾ ਕੋਈ ਚੜ੍ਹਾਈ ਕਰ ਜਾਂਦਾ ਤਾਂ ਇਹ ਗੱਲ ਕਹਿਣੀ ਜੀ ਕਿ ਅਸੀਂ ਫਲਾਣੇ ਸਟੇਡੀਅਮ ਦੇ ਵਿੱਚ ਉਹਦਾ ਬੁੱਤ ਲਵਾ ਦਿੰਦੇ ਹਾਂ, ਫਲਾਣੀ ਥਾਂ ਦੇ ਉੱਤੇ ਫਲਾਣੇ ਦਾ ਬੁੱਤ ਲਵਾ ਦਿੰਦੇ ਹਾਂ, ਫਲਾਣੀ ਥਾਂ ਦੇ ਉੱਤੇ ਉਹ ਕਮਰਾ ਉਹਦੀ ਯਾਦ ਦੇ ਵਿੱਚ ਪਾ ਦਿੰਦੇ ਹਾਂ, ਜਾਂ ਉੱਥੇ ਬਹੁਤ ਵੱਡਾ ਸਟੇਡੀਅਮ ਉਹਦੀ ਯਾਦ ਦੇ ਵਿੱਚ ਬਣਾ ਦਿੰਦੇ ਹਾਂ। ਸਾਡੇ ਖਿਡਾਰੀ ਜਿਹੜੇ ਕਿ ਮਹਾਨ ਹੋਏ ਆ, ਉਹਨਾਂ ਦੇ ਨਾਂ ਦੇ ਉੱਤੇ ਤੁਸੀਂ ਬੁੱਤ ਲਾਓ, ਉਹਨਾਂ ਦੇ ਨਾਂ ਦੇ ਉੱਤੇ ਸਟੇਡੀਅਮ ਬਣਾਓ, ਉਹਨਾਂ ਦੇ ਨਾਂ ਦੇ ਉੱਤੇ ਤੁਸੀਂ ਲੀਗ ਕਰਵਾਓ, ਜੋ ਮਰਜ਼ੀ ਕਰਵਾਓ। ਪਰ ਰਾਜਨੀਤਿਕ ਵਿਅਕਤੀਆਂ ਦੀ ਜਿਉਂਦੇ ਜੀ ਤੇ ਬਾਅਦ ਦੇ ਵਿੱਚ ਵੀ ਕਿਹੜੀ ਗੱਲੋਂ ਘੁਸਪੈਠ ਹਰ ਥਾਂ ਦੇ ਉੱਤੇ ਕਰਵਾਈ ਜਾਂਦੀ ਹੈ, ਸਵਾਲ ਇਹ ਹੈ। ਸਮੇਂ ਦੇ ਉੱਤੇ ਬਹੁਤ ਸਾਰੇ ਸਵਾਲ ਉੱਠੇ ਆ। ਅੱਜ ਭਾਰਤੀ ਹਾਕੀ ਜੇਕਰ ਪਛੜੀ ਹੈ ਤਾਂ ਵੱਖ-ਵੱਖ ਫੈਡਰੇਸ਼ਨਾਂ ਦੇ ਕਰਕੇ ਤੇ ਉਹਨਾਂ ਲੋਕਾਂ ਦੇ ਦਖਲ ਦੇ ਕਰਕੇ ਵੀ ਪਛੜੀ ਹੈ ਜਿਨ੍ਹਾਂ ਲੋਕਾਂ ਨੂੰ ਹਾਕੀ ਦਾ ਪਤਾ ਨਹੀਂ ਵੀ ਖੇਡੀ ਕਿਵੇਂ ਜਾਂਦੀ ਹੈ, ਇਹਦੇ ਵਿੱਚ ਕੀ ਕੁਝ ਹੁੰਦਾ ਤੇ ਕਿਵੇਂ ਗੋਲ ਹੁੰਦਾ ਤੇ ਕਿਵੇਂ ਨਹੀਂ ਹੁੰਦਾ। ਸੋ ਇਸ ਕਰਕੇ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਰਾਜਨੀਤੀ ਨੂੰ ਖੇਡਾਂ ਤੋਂ ਦੂਰ ਰੱਖੀਏ, ਪਰ ਇੱਦਾਂ ਹੋਇਆ ਨਹੀਂ। ਰਾਜਨੀਤੀ ਦੇ ਵਿੱਚ ਆਏ ਹੋਏ ਲੋਕ ਖੇਡਾਂ ਦਾ ਪ੍ਰਬੰਧ ਕਰਦੇ ਆ ਤੇ ਖੇਡਾਂ ਖੇਡਦੇ ਲੋਕ ਰਾਜਨੀਤੀ ਦੇ ਵਿੱਚ ਆ ਜਾਂਦੇ ਤੇ ਇਹ ਬੜੇ ਦੁੱਖ ਦੀ ਗੱਲ ਹੈ। ਮੈਨੂੰ ਕਦੇ-ਕਦੇ ਇੱਦਾਂ ਮਹਿਸੂਸ ਹੁੰਦਾ। ਪਰ ਜਿਸ ਤਰੀਕੇ ਨਾਲ ਬਿਸ਼ਨ ਸਿੰਘ ਬੇਦੀ
ਬੇਦੀ ਨੇ ਸਟੈਂਡ ਲਿਆ ਵੀ ਜਾਂ ਤਾਂ ਫਿਰ ਗੈਲਰੀ ਦੇ ਵਿੱਚੋਂ ਮੇਰਾ ਨਾਂ ਕੱਢ ਦਿਓ ਤੇ ਜਾਂ ਫਿਰ ਇੱਥੇ ਬੁੱਤ ਨਾ ਲਾਓ ਅਰੁਣ ਜੇਟਲੀ ਦਾ, ਤੇ ਜੇਕਰ ਤੁਸੀਂ ਉਹਦਾ ਲਾਉਣਾ ਤਾਂ ਫਿਰ ਮੇਰਾ ਤੁਸੀਂ ਖਹਿੜਾ ਛੱਡ ਦਿਓ ਤੇ ਤੁਸੀਂ ਮੇਰੇ ਮਨ ਦੇ ਉੱਤੇ ਸੱਟ ਨਾ ਮਾਰੋ। ਇਹ ਆਪਣੇ ਆਪ ਦੇ ਵਿੱਚ ਇਸ ਪ੍ਰਸੰਗ ਦੇ ਵਿੱਚ ਇਸ ਮੌਕੇ ਦੇ ਉੱਤੇ ਆ ਕੇ ਬਹੁਤ ਵੱਡੀ ਗੱਲ ਕਹੀ ਗਈ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵਕਤ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।